बोलिए जगत गुरु भगवान श्री चंद्र महाराज की जय। आओ अज तुहानूं दर्शन करवाने आ बहुत ही पवित्र अस्थान उदासीन आश्रम डेरा करी भोडुम जिला मानसा तहसील सरदूलगढ़, जिथे श्रीमान 108 संत नारायण मुनि जी, श्रीमान 108 महेश मुनि जी बोरे वाले, श्रीमान 108 स्वामी जोगिंदर मुनि जी, श्रीमान 108 बाबा गंगा राम जी याद विच सालाना बरसी समागम बहुत ही श्रद्धा नाल करवाया गया। महामंडलेश्वर डॉक्टर स्वामी चंद्र मुनि जी गौशाला शेरों वाला की देख रेख हेठ अस्थान के मौजूदा गद्दी नशीन महंत मक्खन मुनि जी की उद्यम सदका समूह नगर निवासी नगर पंचायत इलाके दी संगतां पिंड करी भोडुम चोटियां आदम के झंडू के आली के बरन अते समूह संगतां के सहयोग नाल करवाए गए समागमां मौके देशां विदेशां तो वड्डी गिनती विच संगतां ने हाज़रियां भरियां। इन्हां समागमां मौके आरंभ कीते श्री चंद्र सुधान सागर पाठां दी अमृतमई बाणी दे भोग पाए गए। समागमां मौके ਵੱਖ-ਵੱਖ महापुरुषां ने कथा विचारां राहीं संगतां नूं निहाल कीता। जे तू दुनिया तो कुछ खटना है, इस दर ते आके देख जरा, जे तू दुनिया तो कुछ खटना है, इस दर ते आके वेख जरा। जे तू दुनिया तो कुछ खटना है, इस दर ते आके वेख जरा। जे तू दुनिया तो कुछ खटना है, इस दर ते आके वेख जरा। बाबे नानक दी तस्वीर बसा के वेख जरा। अखियां विच बाबे नानक दी तस्वीर बसा के वेख जरा। अखियां विच बाबे नानक दी तस्वीर बसा के वेख जरा। अखियां विच बाबे नानक दी तस्वीर बसा के वेख जरा। जे तू दुनिया तो कुछ खटना है, इस दर ते आके वेख जरा। दुनिया तो कुछ खटना है, इस दर ते आके वेख जरा। किस्मत बनने नूं इत्थे एक भी पल नहीं लगदा। किस्मत बनने नूं इत्थे एक भी पल नहीं लगदा। बिगड़ी हुई किस्मत बनने नूं इत्थे एक भी पल नहीं लगदा। तू खाक दा तेरे चरनां दी मस्तक नू ला के वेख जरा। तू खाक दाते दे चरनां दी मस्तक नू ला के वेख जरा।
ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਫਿਰ ਆਪੇ ਹੀ ਬਣ ਜਾਵੇਗੀ ਜਿੱਦਾਂ ਦੀ ਤਕਦੀਰ ਤੇਰੀ ਫਿਰ ਆਪੇ ਹੀ ਬਣ ਜਾਵੇਗੀ ਜਿੱਦਾਂ ਵੀ ਤਕਦੀਰ ਤੇਰੀ ਫਿਰ ਆਪੇ ਹੀ ਬਣ ਜਾਵੇਗੀ ਤੂੰ ਆਪਣੇ ਰੁੱਸੇ ਪ੍ਰੀਤਮ ਨੂੰ ਆਪਣੇ ਰੁੱਸੇ ਪ੍ਰੀਤਮ ਨੂੰ ਇੱਕ ਵਾਰ ਮਨਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ ਇਸ ਦਰ ਤੇ ਆ ਕੇ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਬਾਬਾ ਜੀ ਨਰੈਣ ਮੁਨੀ ਜੀ ਦੀ ਗੱਲ ਕਰੀਏ ਤੁਸੀਂ ਸਾਰੇ ਭਲੀਪਨ ਉਹਨਾਂ ਦੇ ਜੀਵਨ ਤੋਂ ਜਾਣਦੇ ਹੋ ਕਿ ਉਹਨਾਂ ਨੇ ਹਮੇਸ਼ਾ ਨਗਰ ਦੇ ਭਲੇ ਦੀ ਇਲਾਕੇ ਦੇ ਭਲੇ ਦੀ ਲਈ ਉਦਾਸੀਨ ਭੇਖ ਦੇ ਬੜੇ ਵੱਡੇ ਵੱਡੇ ਕਾਰਜ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਰਕੇ ਗਏ 100 ਸਾਲ ਦੇ ਲਗਭਗ ਉਹ ਉਮਰ ਹੋ ਕੇ ਇਸ ਦੁਨੀਆ ਤੋਂ ਗਏ ਤੇ ਹਮੇਸ਼ਾ ਹੀ ਅਸੀਂ ਤਾਂ ਉਹਨਾਂ ਦੇ ਚਰਨਾਂ 'ਚ ਰਹਿ ਕੇ ਉਹਨਾਂ ਦੀ ਸੰਗਤ ਉਹਨਾਂ ਨੂੰ ਵੇਖ ਵੇਖ ਕੇ ਸੰਤ ਬਣੇ ਆ ਉਹਨਾਂ ਮਹਾਪੁਰਸ਼ਾਂ ਦੀ ਮਹਿਮਾ ਅਸੀਂ ਆਪਣੇ ਮੁਖ ਚੋਂ ਕੀ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਸਾਰਾ ਜੀਵਨ ਤਿਆਗ ਅਤੇ ਤਪੱਸਿਆ ਨਾਲ ਕੱਟਿਆ ਇਸ ਸਥਾਨ ਨੂੰ ਬੜਾ ਸਾਡੇ ਉਦਾਸੀਨ ਭੇਖ ਦੇ ਵਿੱਚ ਇਸ ਸਥਾਨ ਦੀ ਵੱਖਰੀ ਪਹਿਚਾਨ ਤੁਹਾਡੇ ਕਲੀਪੁਰ ਡੁੰਮ ਦੀ ਇੱਕ ਵੱਖਰੀ ਪਹਿਚਾਨ ਉਹਨਾਂ ਨੇ ਬਣਾਈ ਤੇ ਸੱਜਣੋ ਜਿਹੜੇ ਸੰਤ ਜਨ ਜੋਗੀ ਜਨ ਹੁੰਦੇ ਆ ਉਹ ਹਮੇਸ਼ਾ ਨਗਰ ਦੇ ਤੇ ਇਲਾਕੇ ਦੀ ਭਲੇ ਦੀ ਅਰਦਾਸਾ ਕਰਦੇ ਆ ਹਮੇਸ਼ਾ ਸਰਬ ਦਾ ਭਲਾ ਮੰਗਦੇ ਆ ਤੇ ਉਹਨਾਂ ਦੇ ਇਸੇ ਸਥਾਨ ਦੇ ਉੱਪਰ ਹੀ ਸਾਡੇ ਬ੍ਰਹਮਲੀਨ ਬੜੇ ਤਪਸਵੀ ਮਹੇਸ਼ ਮੁਨੀ ਜੀ ਮਹਾਰਾਜ ਜੀ ਨੂੰ ਬੋਰਿਆਂ ਦੇ ਨਾਲ ਜਾਣਿਆ ਜਾਂਦਾ ਸੀ ਉਹ ਵੀ ਇਸੇ ਸਥਾਨ ਦੇ ਸੰਤ ਹੋਏ ਜਿਨ੍ਹਾਂ ਨੇ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਗਊਸ਼ਾਲਾਵਾਂ ਬਣਾਈਆਂ ਅਤੇ ਗਊਆਂ ਦੀ ਸੇਵਾ ਕਰਨ ਦੇ ਲਈ ਪ੍ਰਤੀ ਜਿਹੜੇ ਸੰਗਤ ਸੀ ਉਹਨਾਂ ਨੂੰ ਪ੍ਰੇਰ ਕੇ ਗਊਆਂ ਦੀ ਸੇਵਾ ਦੇ ਵਿੱਚ ਲਾਇਆ ਉਹ ਸਾਰਾ ਜੀਵਨ ਗਊ ਪਾਲਕ ਦੇ ਤੌਰ ਤੇ ਕਹਾ ਕੇ ਇਸ ਦੁਨੀਆ ਤੋਂ ਗਏ
ਤੇ ਜੇਕਰ ਗੰਗਾ ਰਾਮ ਮਹਾਰਾਜ ਦੀ ਗੱਲ ਕਰੀਏ ਤੇ ਸੱਜਣੋ, ਉਹਨਾਂ ਜਿੰਨਾ ਤਪ ਅਤੇ ਤਿਆਗ ਵਿਰਲੇ ਸੰਤਾਂ 'ਚ ਵੇਖਣ ਨੂੰ ਮਿਲਦਾ ਹੈ। ਕਿਉਂਕਿ ਚਾਹੇ ਮੰਤ ਇੱਥੋਂ ਦੇ ਸਾਡੇ ਮਹਾਰਾਜ ਨਰਾਇਣ ਮੁਨੀ ਜੀ ਸਨ, ਪਰ ਸਾਰਾ ਡੇਰੇ ਦੀ ਦੇਖਭਾਲ, ਖੇਤੀਬਾੜੀ ਤੋਂ ਲੈ ਕੇ ਸਾਰੇ ਕਾਰੋਬਾਰ ਸਾਡੇ ਬਾਬਾ ਜੀ ਗੰਗਾ ਰਾਮ ਜੀ ਦੇਖਦੇ ਸਨ। ਤੇ ਸਾਰਾ ਕੁਝ ਵੇਖਦੇ, ਨਿਪਰਤਾ ਇੰਨੀ ਕਿ ਜੋ ਵੀ ਆਉਂਦਾ ਹਰੇਕ ਨੂੰ ਆਪਣੇ ਬਿਠਾ ਕੇ ਜਿਹੋ ਜਿਹਾ ਸਮਾਂ ਹੁੰਦਾ ਉਹੋ ਜੀ ਸੇਵਾ ਉਹਦੀ ਕਰਦੇ। ਤੇ ਸੱਜਣੋ, ਸਾਰੀ ਜ਼ਿੰਦਗੀ ਉਹਨਾਂ ਦੇ ਮਨ ਦੇ ਵਿੱਚ ਕਦੇ ਲੋਭ ਕਦੇ ਲਾਲਚ ਨਹੀਂ ਆਇਆ। ਸਾਰੀ ਜ਼ਿੰਦਗੀ ਆਪਣੇ ਤਿਆਗ ਦੇ ਨਾਲ ਕੱਟ ਕੇ ਗਏ। ਕਿਉਂਕਿ ਮੱਖਣ ਮੁਨੀ ਜੀ ਬੱਚੇ ਸਨ, ਇਹਨਾਂ ਨੂੰ ਜੇਕਰ ਬਾਬਾ ਜੀ ਤੋਂ ਜਿਉਂਦੇ ਜੀ ਇਸ ਸਥਾਨ ਦੀ ਜਿਹੜੀ ਸਾਂਭ ਸੰਭਾਲ ਦੇ ਲਈ ਮਹੰਤੀ ਦੀ ਰਸਮ ਕਰਾ ਕੇ ਗਏ ਤਾਂ ਉਹਦੇ ਵਿੱਚ ਅਹਿਮ ਰੋਲ ਸਾਡੇ ਬਾਬਾ ਗੰਗਾ ਰਾਮ ਜੀ ਦਾ ਵੀ ਸੀ। ਕਿਉਂਕਿ ਸੱਜਣੋ, ਤਿਆਗ ਜਿਹੜੀਆਂ ਦੇਖਣ ਨੂੰ ਮਿਲਦਾ ਹੈ ਉਹ ਸਾਡੇ ਗੰਗਾ ਰਾਮ ਦੇ ਵਿੱਚ ਬਿਲਕੁਲ ਪ੍ਰਤੱਖ ਦਿਖਦਾ ਸੀ। ਸਥਾਨ ਦੇ ਮਾਲਕ ਹੋਣ ਦੇ ਬਾਵਜੂਦ ਉਹਨਾਂ ਨੇ ਕਦੇ ਆਏ ਨਹੀਂ। ਹਮੇਸ਼ਾ ਮੱਖਣ ਮੁਨੀ ਜੀ ਨੂੰ ਸੌਂਗਾ ਦੀ ਕਹਿੰਦੇ ਕਿ ਆਓ ਮੰਤ ਜੀ। ਸਾਡੇ ਮੰਤ ਜੀ ਨੇ ਇਹਨਾਂ ਨੂੰ ਮੰਤ ਜੀ ਕਹਿ ਕੇ ਸੰਬੋਧਨ ਕਰਦੇ। ਤੇ ਅਜਿਹੇ ਸਾਡੇ ਗੰਗਾ ਰਾਮ ਜੀ ਬਾਬਾ ਜੀ ਸਨ। ਜਦੋਂ ਨਰਾਇਣ ਮੁਨੀ ਜੀ ਮਹਾਰਾਜ ਬ੍ਰਹਮਲੀਨ ਹੋਏ, ਸ਼ਾਇਦ ਮੱਖਣ ਮੁਨੀ ਜੀ ਉਹਨਾਂ ਦੁਖੀ ਜਾਂ ਉਹਨਾਂ ਅਫਸੋਸ ਨਹੀਂ ਹੋਇਆ ਜਿੰਨਾ ਗੰਗਾ ਰਾਮ ਦੇ ਜਾਣ ਤੋਂ ਬਾਅਦ ਇਹਨਾਂ ਨੂੰ। ਕਿਉਂ? ਕਿਉਂਕਿ ਉਹਨਾਂ ਤੋਂ ਜਾਣ ਤੋਂ ਬਾਅਦ ਨਰਾਇਣ ਮੁਨੀ ਜੀ ਮਹਾਰਾਜ ਜਾਣ ਤੋਂ ਬਾਅਦ ਗੰਗਾ ਰਾਮ ਜੀ ਦਾ ਸਹਾਰਾ ਸਨ। ਉਹਨਾਂ ਦਾ ਓਟ ਆਸਰਾ ਸੀ ਇਹਨਾਂ ਦੇ ਸਿਰ ਤੇ। ਤੇ ਉਹ ਬਖੂਬੀ ਉਹਨਾਂ ਦਾ ਆਸ਼ੀਰਵਾਦ ਇਹਨਾਂ ਦੇ ਉੱਪਰ ਬਣਿਆ ਰਿਹਾ। ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਹੈ ਸੱਜਣੋ, ਥੋੜੇ ਸਮੇਂ ਬਾਅਦ ਹੀ ਬਾਬਾ ਗੰਗਾ ਰਾਮ ਜੀ ਵੀ ਇੱਕ ਛੋਟੀ ਜਿਹੀ ਬਿਮਾਰੀ ਦੇ ਕਾਰਨ ਉਹਨਾਂ ਦਾ ਸਰੀਰ ਕੁਛ ਹੀ ਸਮੇਂ ਦੇ ਵਿੱਚ ਇਸ ਜਿਹੜਾ ਦੁਨੀਆ ਤੋਂ ਸਾਨੂੰ ਅਲਵਿਦਾ ਕਹਿ ਗਏ, ਬ੍ਰਹਮਲੀਨ ਹੋ ਗਏ। ਸੋ ਉਹਨਾਂ ਮਹਾਪੁਰਸ਼ਾਂ ਦੀ ਯਾਦ ਮਨਾਉਣ ਦੇ ਲਈ ਆਪਾਂ ਸਾਰੇ ਇਕੱਤਰ ਹੋਏ ਆ। ਸੋ ਸੱਜਣੋ, ਜਿਹੜੇ ਤੁਹਾਡੇ ਇਸ ਸਥਾਨ ਦੇ ਉੱਪਰ ਜਿੰਨੇ ਸੰਤ ਮਹਾਪੁਰਸ਼ ਹੋਏ ਹੈ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿੰਨਾ ਵੀ ਜੀਵਨ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਸਾਰਾ ਸੰਗਤ ਨੂੰ ਅਰਪਣ ਕਰਕੇ ਮਨੁੱਖ ਦਾ ਜੀਵਨ ਹੈ ਉਹ ਕੇਵਲ ਤੇ ਕੇਵਲ ਦੋ ਚੀਜ਼ਾਂ ਦੇ ਕਾਰਨਾਂ ਕਰਕੇ ਇਸ ਸੰਸਾਰ ਤੇ ਆਉਂਦਾ ਹੈ। ਇੱਕ ਸੇਵਾ ਕਰਨੀ, ਇੱਕ ਸਿਮਰਨ ਕਰਨਾ। ਸਾਡਾ ਕਰਮ ਪਰਮਾਤਮਾ ਦੀ ਬੰਦਗੀ ਕਰਨੀ, ਸੇਵਾ ਸਿਮਰਨ ਕਰਨਾ ਤੇ ਉਹਨਾਂ ਸਤਿਪੁਰਸ਼ਾਂ ਦੀ ਸੰਗਤ ਕਰਨੀ ਜਿਹੜੇ ਨਾਮ ਦੇ ਨਾਲ ਜੁੜੇ ਹੁੰਦੇ ਨੇ, ਜਿਹੜੇ ਪਰਮਾਤਮਾ ਦੇ ਨਾਮ ਨਾਲ ਸਦਾ ਹੀ ਲਿਵ ਲਾ ਕੇ ਰੱਖਦੇ ਨੇ। ਫਿਰ ਉਹਨਾਂ ਦੀ ਵਡਿਆਈ, ਉਹਨਾਂ ਦੀ ਸੋਭਾ ਬਹੁਤ ਉੱਚੀ ਤੇ ਸੁੱਚੀ ਹੁੰਦੀ ਹੈ। ਯਾਦ ਉਹਨਾਂ ਨੂੰ ਕਰਦੇ ਆ ਜਿਹੜੇ ਸੰਸਾਰ ਦੇ ਵਿੱਚ ਪਰਉਪਕਾਰ ਦਾ ਕਾਰਜ ਕਰਕੇ ਜਾਂਦੇ ਨੇ, ਜਿਹੜੇ ਸੰਸਾਰ ਦੇ ਵਿੱਚ ਨਾਮ ਬਾਣੀ, ਸੇਵਾ ਸਿਮਰਨ, ਇਸ ਤਰ੍ਹਾਂ ਦੇ ਪਰਉਪਕਾਰ ਉਹ ਮਹਾਂਪੁਰਸ਼ ਕਰਕੇ ਜਾਂਦੇ ਨੇ। ਉਹਨਾਂ ਨੂੰ ਫਿਰ ਸੰਸਾਰ ਦੇ ਲੋਕ ਯਾਦ ਕਰਦੇ ਨੇ। ਪਰ ਸਾਡਾ ਕਰਮ ਕੀ ਹੈ? ਕਰਮ ਹੈ ਇੱਕ ਸੇਵਾ ਕਰਨੀ, ਇੱਕ ਸਿਮਰਨ ਕਰਨਾ। ਅੱਜ ਦੇਖੋ, ਅੱਜ ਦਾ ਸਮਾਂ ਕਿੰਨਾ ਭਿਆਨਕ ਸਮਾਂ ਚੱਲ ਰਿਹਾ ਹੈ। ਇਹਨਾਂ ਤੋਂ ਬਚਣ ਵਾਸਤੇ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਨੂੰ ਵਡਿਆਈ ਦਿੱਤੀ ਹੈ ਵੀ ਸਤਿਪੁਰਸ਼ਾਂ ਦੀ ਸੰਗਤ ਕਰ ਜਿਹੜੇ ਨਾਮ ਦੇ ਨਾਲ ਜੁੜੇ ਹੋਏ, ਤੇ ਸੇਵਾ ਕਰ ਆਪਣੇ ਤਨ ਦੇ ਨਾਲ, ਆਪਣੇ ਮਨ ਦੇ ਨਾਲ। ਫਿਰ ਮਹਾਰਾਜ ਕਹਿੰਦੇ ਵੀ ਉਹਨਾਂ ਦੀ ਵਡਿਆਈ ਸੰਸਾਰ ਤੋਂ ਅਲੱਗ ਹੁੰਦੀ ਹੈ, ਉਹਨਾਂ ਦੀ ਸੋਭਾ ਸੰਸਾਰ ਤੋਂ ਅਲੱਗ ਹੋ ਜਾਂਦੀ ਹੈ, ਕਿਉਂਕਿ ਉਹ ਵਿਸ਼ੇ ਵਿਕਾਰ ਜਾਂ ਸੰਸਾਰ ਦੇ ਪਦਾਰਥਾਂ ਨੂੰ ਨਹੀਂ ਭੁਗਤਦੇ ਜਿਹੜੇ ਨਾਮ ਦੇ ਨਾਲ ਜੁੜ ਗਏ। ਅਸੀਂ ਸੰਸਾਰੀ ਲੋਕ ਹੁੰਦੇ ਹੋਏ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ਨਾਮ ਦੇ ਨਾਲੋਂ ਟੁੱਟ ਕੇ ਫਿਰ ਸਦਾ ਹੀ ਦੁੱਖ ਭੋਗਦੇ ਰਹਿਣੇ ਹਾਂ। ਪਰ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਬੈਠੇ ਆ, ਦੇਖੋ ਉਹਨਾਂ ਮਹਾਂਪੁਰਸ਼ਾਂ ਨੇ ਕਿੱਡੇ ਪਰਉਪਕਾਰ ਕਾਰਜ ਕੀਤੇ, ਤਾਂ ਕਰਕੇ ਉਹਨਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਨੂੰ ਅੱਜ ਅਸੀਂ ਤਾਜ਼ਾ ਕਰ ਰਹੇ ਹਾਂ। ਇਹਨਾਂ ਮਹਾਂਪੁਰਸ਼ਾਂ ਦੇ ਫਰਮਾਨ ਦੇ ਵਿੱਚ ਇੱਕ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇ ਆਏ, ਸਫਲ ਕਿਨਾ ਕੇ ਕਾ, ਮੇਰੇ ਰਾਮ ਹਉ ਹਰ ਜਨ ਕੈ ਬਲ ਜਾਈ, ਕੇਸਾਂ ਕਾ ਕਰ ਜਬਰ ਢਲਾਵਾ, ਚਰਨ ਧੂੜ ਮੁਖ ਲਾਈ।
ਇਹਨਾਂ ਮਹਾਪੁਰਸ਼ਾਂ ਦੀ ਚਰਨ ਧੂੜ ਸਦਾ ਹੀ ਆਪਣੇ ਮਸਤਕ ਦੇ ਵਿੱਚ, ਸਦਾ ਹੀ ਆਪਣੇ ਸਰੀਰ ਦੇ ਨਾਲ ਲੱਗਦੀ ਰਹੇ। ਹੋ ਸਕਦਾ ਸਾਡਾ ਸਰੀਰ ਹੈ ਜਿਹੜਾ ਵਿਸ਼ੇ ਵਿਕਾਰ ਪਾਪ ਕਰਦਾ ਪਵਿੱਤਰ ਹੋ ਮਨਾਣੇ ਜਾਵੇ। ਦੇ ਨਾਲ ਮਹਾਪੁਰਸ਼ ਵੱਡੇ ਛੋਟੇ ਨਹੀਂ ਹੋ ਜਾਂਦੇ, ਆਪਾਂ ਨੂੰ ਕੁਝ ਸੇਧ ਦੇ ਜਾਂਦੇ ਨੇ, ਉਹਨਾਂ ਦੇ ਦਿਨ ਜਿਹੜੇ ਹੁੰਦੇ ਨੇ। ਬਾਣੀ 'ਚ ਇੱਕ ਜਗ੍ਹਾ ਲਿਖਿਆ ਹੋਇਆ ਆ, ਕਹਿੰਦੇ ਭਗਤ ਜਨਾ ਕੈ ਮਨ ਵਿਸਰਾਮ, ਸੰਤ ਜਨਾ ਕੈ ਭਗਤ ਜਨਾ ਕੈ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੈ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੈ ਰੰਗ ਏਕੈ, ਨਾਨਕ ਜਨ ਕੈ ਵਿਰਤ ਵਿਵੇਕੈ। ਜਦੋਂ ਆਪਾਂ ਇਦਾਂ ਦੇ ਮਹਾਪੁਰਸ਼ਾਂ ਕੋਲ ਪਹੁੰਚ ਜਾਂਦੇ, ਕਿੱਦਾਂ ਦੇ ਅੱਜ ਇਸ ਸਥਾਨ ਤੇ ਤੁਸੀਂ ਬੈਠੇ ਹੋ, ਜਿੱਥੇ ਦੀ ਸੇਵਾ ਸਾਡੇ ਬਹੁਤ ਹੀ ਪਿਆਰੇ ਸਤਿਕਾਰਯੋਗ ਮਹਾਪੁਰਸ਼ ਸਾਡੇ ਮਿੱਤਰ ਸੰਤ ਮਹਾਰਾਜ ਮੱਖਣ ਮੁਨੀ ਜੀ ਨਿਭਾ ਰਹੇ ਨੇ। ਮਹਾਮੰਡਲੇਸ਼ਵਰ ਸਵਾਮੀ ਚੰਦਰ ਮੁਨੀ ਜੀ ਮਹਾਰਾਜ, ਧਰਮ ਮੁਨੀ ਜੀ ਮਹਾਰਾਜ, ਪਰਮ ਮੁਨੀ ਜੀ ਮਹਾਰਾਜ, ਜਗਤਾਰ ਦਾਸ ਜੀ ਮਹਾਰਾਜ, ਇਹ ਸਾਰੇ ਮਹਾਪੁਰਸ਼ ਦੇਖੋ ਸੇਵਾ ਨਿਭਾ ਰਹੇ ਨੇ। ਔਰ ਮੇਰੇ ਤੋਂ ਪਹਿਲਾਂ ਮਹਾਪੁਰਸ਼ਾਂ ਨੇ ਦੱਸਿਆ, ਦੇਖੋ ਉਹਨਾਂ ਨੇ ਕਿਵੇਂ ਸੇਵਾ ਕਰੀ। ਪਾਣੀ ਜਦੋਂ ਆਇਆ, ਹੜ੍ਹ ਆਇਆ, ਬੰਨ ਲਾਏ, ਕਿੰਨੀ ਸੇਵਾ ਕਰੀ ਸੰਗਤ ਦੇ ਨਾਲ ਰਲ ਕਰਕੇ। ਔਰ ਜਿਵੇਂ ਸਾਡੇ ਮਹਾਰਾਜ ਜਮਨਾ ਦਾਸ ਜੀ ਦਾ ਵੀ ਉਹਨਾਂ ਨੇ ਬੇਰਵਾ ਪਾਇਆ, ਉਹਨਾਂ ਨੇ ਵੀ ਬੜੀ ਸੇਵਾ ਕਰੀ। 1 ਮਹੀਨਾ ਲਗਾਤਾਰ ਲੰਗਰ ਚਲਾਇਆ। ਇਹ ਸਾਧੂ ਦਾ ਕੰਮ ਕੀ ਆ? ਸਾਧੂ ਦਾ ਕੰਮ ਹੈ ਕਿ ਤਰਵਰ ਸਰਵਰ ਸੰਤ ਜਨ ਚੌਥਾ ਵਰਸੈ ਮੇ ਪਰਮਾਰਥ ਕੇ ਕਾਰਨੇ ਚਾਰੋ ਧਾਰੀ ਦੇ। ਜਿਹੜੇ ਨਦੀ ਨਾਲੇ ਟੋਭੇ ਦਰਿਆ, ਇਹਨਾਂ ਦਾ ਵੀ ਕੋਈ ਆਪਣਾ ਪੁਰਸ਼ਾਰਥ ਨਹੀਂ ਹੁੰਦਾ। ਸ਼ਾਸਤਰ ਕਹਿੰਦਾ ਤਰਵਰ, ਜਿਹੜੇ ਪੇੜ ਪੌਦੇ ਆਪਾਂ ਦੇਖਦੇ ਆ, ਇਹਨਾਂ ਦਾ ਕੋਈ ਆਪਣਾ ਪੁਰਸ਼ਾਰਥ ਨਹੀਂ, ਦੂਜੇ ਦੇ ਭਲੇ ਵਾਸਤੇ ਵਰਤਦੇ ਨੇ। ਤਰਵਰ ਸਰਵਰ ਨਦੀ ਨਾਲੇ ਟੋਭੇ ਦਰਿਆ। ਮੈਂ ਕਈ ਵਾਰੀ ਦੇਖਦਾ ਹੁੰਦਾ ਆ, ਆਪਾਂ ਕਹਿੰਦੇ ਆ ਵੀ ਇਹ ਹੜ੍ਹ ਆ ਗਏ, ਪਰ ਇੱਕ ਗੱਲ ਸੱਜਣੋ ਇੱਥੇ ਜਾਣ ਲਿਓ, ਹੜ੍ਹ ਉਵੇਂ ਨਹੀਂ ਆਏ। ਅੱਜ ਆਪਾਂ ਉਹਨਾਂ ਦੀਆਂ ਜਗ੍ਹਾ ਤੇ ਕਬਜ਼ੇ ਕਰ ਲਏ ਆ। ਆ ਤੁਸੀਂ ਦੇਖਿਆ ਨਾਲੀ ਕਿੰਨੀ ਵਗਦੀ ਹੁੰਦੀ ਸੀ। ਮੈਂ ਹਨੂਮਾਨਗੜ੍ਹ ਬਹੁਤ ਛੋਟੇ ਟਾਈਮ ਤੋਂ ਉੱਥੇ ਜਾਂਦਾ ਰਿਹਾ ਹੈ, ਤੇ ਨਾਲੀ ਦਾ ਏਰੀਆ ਬਹੁਤ ਵੱਡਾ ਲੰਬਾ ਚੌੜਾ ਸੀ। ਪਰ ਕੀ ਕਰਿਆ ਸੱਜਣਾ ਨੇ, ਉੱਥੇ ਵਹਿ ਕੇ ਉੱਥੇ ਅੱਗੇ ਵਧਾ ਕੇ ਜ਼ਮੀਨ, ਜਿਹੜੀ ਨਾਲੀ ਦੀ ਜ਼ਮੀਨ ਸੀ, ਸਾਰੀ ਕਬਜ਼ੇ ਕਰ ਲਈ। ਪਰ ਕਿਸੇ ਨਾ ਕਿਸੇ ਸਮੇਂ ਕੁਦਰਤ ਆਪਣਾ ਰੰਗ ਦਿਖਾਉਂਦੀ ਸੱਜਣੋ, ਕੁਦਰਤ ਨੇ ਆਪਣਾ ਰੰਗ ਦਿਖਾਇਆ ਆ। ਕਿਉਂਕਿ ਪਾਣੀ ਨੇ ਤਾਂ ਆਪਣੇ ਰਾਹ ਦੇ ਵੱਲ ਵਗਣਾ ਹੀ ਆ। ਇਹ ਜਿਹੜੇ ਨਦੀ ਨਾਲੇ ਟੋਭੇ ਦਰਿਆ ਪਰਮਾਤਮਾ ਦੀ ਪ੍ਰਾਕਿਰਤੀ ਆ, ਉਹ ਪਰਮੇਸ਼ਰ ਦੀ ਪ੍ਰਾਕਿਰਤੀ ਵਰਸਦੀ ਆ, ਤੇ ਉਹਨਾਂ ਨੇ ਤਾਂ ਵਗਣਾ ਹੀ ਆ। ਪਰ ਆਪਾਂ ਜਿੱਥੇ ਜਿੱਥੇ ਉਹਨਾਂ ਦੀ ਜਗ੍ਹਾ ਤੇ ਕਬਜ਼ਾ ਕਰ ਲਿਆ ਸੱਜਣੋ, ਉਹ ਫਿਰ ਨੁਕਸਾਨ ਦਾ ਰੂਪ ਲੈ ਲੈਂਦੇ ਨੇ, ਨੁਕਸਾਨ ਦਾ ਰੂਪ। ਸੋ ਮੈਂ ਜ਼ਿਆਦਾ ਵਿਸਥਾਰ ਨਾਲ ਇੱਧਰ ਜਾਣਾ ਨਹੀਂ। ਤਰਵਰ ਸਰਵਰ ਸੰਤ ਜਨ, ਜਿਹੜੇ ਸਾਧੂ ਜਨ ਹੁੰਦੇ, ਜਿਵੇਂ ਮਹਾਪੁਰਸ਼ਾਂ ਨੇ ਵੇਰਵਾ ਪਾਇਆ, ਮੇਰੇ ਗੁਰੂ ਭਾਈ ਮਹਾਰਾਜ ਸ਼ਾਂਤਾਨੰਦ ਜੀ ਮਹਾਰਾਜ ਜੀ ਨੇ, ਇਹਨਾਂ ਨੇ ਵੇਰਵਾ ਪਾਇਆ ਵੀ ਮਹਾਪੁਰਸ਼ ਸੇਵਾ ਕਿਵੇਂ ਕਰਦੇ ਨੇ। ਦੇਖੋ ਸੱਜਣੋ, ਅੱਜ ਵੀ ਕਿਤੇ ਭੀੜ ਪੈ ਜੇ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਜੇ, ਦੇਸ਼ 'ਚ ਪ੍ਰਦੇਸ਼ 'ਚ ਕਿਤੇ ਦਿੱਕਤ ਆਵੇ, ਪਰ ਜਿੱਥੇ ਮਹਾਪੁਰਸ਼ ਬੈਠੇ ਨੇ, ਉਹ ਆਪਣੇ ਖੂਨ ਦਾ ਇੱਕ ਇੱਕ ਕਤਰਾ ਲਾ ਕੇ ਵੀ ਉੱਥੇ ਸੇਵਾ ਕਰਨ ਦੀ ਸਮਰੱਥਾ ਰੱਖਦੇ ਨੇ। ਆਖੋ ਸਤਨਾਮ। ਸਮਰੱਥਾ ਰੱਖਦੇ ਨੇ। ਕਿਉਂ ਰੱਖਦੇ ਨੇ? ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਆ, ਪੁਰਸ਼ਾਰਥ ਦੇ ਲਈ ਆ, ਪਰਉਪਕਾਰ ਦੇ ਲਈ ਆ, ਦੂਜੇ ਦੇ ਭਲੇ ਵਾਸਤੇ ਵਰਤਦੇ ਨੇ। ਕੋਈ ਵਰਤਦਾ ਆਪਣੇ ਚੋਂ? ਨਹੀਂ ਵਰਤਦਾ ਸੱਜਣੋ। ਅੱਜ ਕੱਲ ਤਾਂ ਮੈਂ ਹੋਈ ਪਈ ਆ, ਅਗਲਾ ਕਹਿੰਦਾ ਮੇਰੇ ਨਾਲ ਹੀ ਮੈਂ ਹੀ ਹੋਵਾਂ ਬਸ। ਦੂਜੇ ਦਾ ਭਲਾ ਨਹੀਂ ਆਪਾਂ ਸੋਚਦੇ, ਪਰ ਮਹਾਪੁਰਸ਼ ਸੋਚਦੇ ਨੇ। ਆਪਾਂ ਤਾਂ ਅੱਜ ਕੱਲ ਕਿੰਨਾ ਕੁਛ, ਮੈਂ ਜ਼ਿਆਦਾ ਵਿਸਥਾਰ 'ਚ ਗੱਲਾਂ 'ਚ ਜਾਣਾ ਨਹੀਂ ਹੈ, ਪਰ ਕਿੰਨਾ ਕੁਛ ਆਪਾਂ ਅੱਜ ਕੱਲ ਕਰਦੇ ਹਾਂ, ਪਰ ਮਹਾਪੁਰਸ਼ ਨਹੀਂ। ਦੇਖੋ ਤੁਸੀਂ ਗਊਆਂ ਦੀ ਸੇਵਾ, ਸਾਡੇ ਮਹਾਮੰਡਲੇਸ਼ਵਰ ਸਵਾਮੀ ਚੰਦਰ ਮੁਨੀ ਜੀ ਸਿਰੋਂ ਗਊਆਂ ਦੀ ਸੇਵਾ ਕਰਦੇ ਨੇ। ਕੀ ਕੰਮ ਆ? ਉਹ ਵੀ ਉਵੇਂ ਬਹਿ ਸਕਦੇ, ਪਰ ਨਹੀਂ, ਪੁਰਸ਼ਾਰਥ ਕਰਦੇ ਨੇ। ਕਿਉਂਕਿ ਉਹਨਾਂ ਨੂੰ ਪਤਾ ਆ ਗਊਆਂ ਦੇ ਨਾਲ ਜਿਹੜਾ ਆਪਾਂ ਗਊਆਂ ਦੀ ਸੇਵਾ ਕਰਦੇ ਹਾਂ, ਉਹਦੇ ਨਾਲ ਪੁੰਨ ਮਿਲਦਾ ਹੈ। ਇਕੱਲੇ ਸੰਤਾਂ ਨੂੰ ਨਹੀਂ ਮਿਲਦਾ, ਉਸ ਇਲਾਕੇ ਨੂੰ ਵੀ ਮਿਲਦਾ। ਜਿੱਥੇ ਜਿੱਥੇ ਸਾਧੂ ਜਨ ਸੰਤ ਜਨ ਉਸ ਗਊਆਂ ਦੀ ਸੇਵਾ ਕਰਦੇ, ਉਸ ਇਲਾਕੇ ਨੂੰ ਵੀ ਪੁੰਨ ਮਿਲਦਾ ਹੈ। ਕਹਿੰਦੇ ਚੌਥਾ ਵਰਸੇ ਮੇ, ਕਹਿੰਦੇ ਤਰਵਰ ਸਰਵਰ ਸੰਤ ਜਨ। ਚੌਥਾ ਜਿਹੜਾ ਮੀਂਹ ਵਰਸਦਾ ਆ ਸੱਜਣੋ, ਜਦੋਂ ਮੀਂਹ ਪੈਂਦਾ ਆ, ਮੀਂਹ ਕਿਸੇ ਇੱਕ ਲਈ ਨਹੀਂ ਪੈਂਦਾ, ਮੀਂਹ ਸਾਰਿਆਂ ਲਈ ਪੈਂਦਾ ਆ। ਜਦੋਂ ਪਰਮਾਤਮਾ ਵਰਸਦਾ ਆ, ਉਹ ਸਾਰਿਆਂ ਦੇ ਲਈ ਵਰਸਦਾ ਆ ਸੱਜਣੋ। ਆਪਾਂ ਵੀ, ਮੈਂ ਇਸ ਗੱਲ ਨੂੰ ਜ਼ੋਰ ਦੇਵਾਂਗਾ ਵੀ ਇਸ ਸਥਾਨ ਦੇ ਨਾਲ ਜਿੰਨੀ ਹੋ ਸਕੇ ਆਪਾਂ ਤੋਂ ਸੰਗਤ ਤੋਂ सेवा करनी। सेवा इत्थे कीती है वो सराहनीय है। आज उनकी
ब्रह्मलीन श्रीमान 108 संत नारायण मुनि जी महाराज की उनकी तीसरी वर्षी के उपलक्ष्य में यहाँ सभी महापुरुष यहाँ विराजमान है। और श्रीमान 108 महेश मुनि जी महाराज बोरे वाले, जिन्होंने गौ माता की सेवा के रूप में अपना पूरा शरीर दे दिया है। श्रीमान 108 जोगिंदर मुनि जी महाराज, उन्होंने भी अपनी सेवा के रूप में यहाँ कहते हैं रह करके ये सारे भेख भगवान को और सारे समाज को सभी यहाँ उन्होंने पूरी अपना सेवा की थी है। श्रीमान 100 गंगाराम जी महाराज, उनके सारे महापुरुष जितने भी यहाँ अपने सभी पहले हुए हैं, उनके चरणों में वाकंजलि के रूप में हम श्रद्धांजलि के रूप में चरणों में प्रणाम करते हैं। उन्होंने अपनी तन से मन से समाज की भेख भगवान की सेवा की थी है, क्योंकि सेवा सबसे बड़ी है। गुरु महाराज जी गुरबानी के बीच में फरमाते हैं, सेवक को सेवा बनाई हुक्म बूझ परम पद पाई। जो सेवा है सबसे बड़ी है। सेवा से सब कुछ मिल जाता है, सारे पदार्थ सारा कुछ मिल जाता है सेवा से। सेवा सबसे बड़ी है। गुरुओं ने बताया सेवा अपने पंजाब के अंदर जितने भी यहाँ सारे पंजाब के बीच में सभी गुरु महाराज जी के सारे सेवक है, सारे गुरु महाराज जी के समाज सेवक है सारा, वो गुरुओं की परंपरा सेवा के लिए बताई है। सबसे बड़ा जगह जगह सेवा, गौ सेवा, समाज सेवा, मानव की सेवा, हॉस्पिटल बनाए, महापुरुषों ने स्कूल बनाए, बहुत बहुत ऐसी जगह। स्वामी महेश मुनि जी महाराज बोरे वाला ने पाई भक्ता में कॉलेज बनाया कन्या के लिए, पढ़ाई के लिए। ऐसे जो उन्होंने समाज में कार्य कीते हैं, समाज के लिए होता है। संतों का जो भी कुछ होता है, पैसा है चाहे कोई उनका शरीर है, वो सारा समाज के लिए होता है, अपने लिए कुछ नहीं होता, क्योंकि ले जाना था किसी ने कुछ यहाँ से नहीं है। ये तो अपना उनका कहते हैं अच्छा अपना रोल करके अपना कम करके समाज के लिए जो जाता है, लोक सुखिए परलोक सहेले। गुरु महाराज जी कहते हैं इस लोक में भी सुखी रहें और परलोक में भी सुखी रहें। श्रीमान 108 स्वामी नारायण मुनि जी महाराज, सत्कारयोग श्रीमान 108 स्वामी महेश मुनि जी महाराज बोरे वाले, सत्कारयोग श्रीमान 108 स्वामी योगेंद्र मुनि जी महाराज, सत्कारयोग श्रीमान 108 स्वामी गंगाराम जी महाराज। इन्हां महापुरुषों को अज आपां याद करते हुए इत्थे एकत्र होए हाँ। इस दे विच भी सज्जणों बहुत वड्डा महापुरुषों के द्वारा ये जो आयोजन किया गया है, जिथे संत समाज इकट्ठा होया है। ये बरसियां क्यों मनाइयां जांदियां हन, ये थोड़ा जिहा विचारन वाली गल है सज्जणों, क्योंकि इन्नी गर्मी दे विच किसी का मन नहीं करता कि बाहर निकलीए। असीं एसी दे विचों बाहर निकलण नूं जी नहीं करता, पर फिर भी धन हन साडियां मातावां जो कई दिनों तो लैके मन्नी पानी की सेवा करदियां हन। धन हन साडे वीर बजुर्ग कई दिनों तो लैके जो सेवा दे विच लगे हुए हन। सारे धनता दे योग हन। ये महापुरुषों का आशीर्वाद है, गुरुआं की कृपा है। इस करके सज्जणों अपने वास्ते तां पशु भी अपना पेट भर लेंदे है और पक्षी भी अपना पेट भरते हैं, पर ये जो कहा गया है परोपकाराय सताम विभूत्या, परोपकाराय बहंती नद्या, परोपकाराय फलंती वृक्षः और परोपकाराय बहंती नद्या। महापुरुषों का जो जीवन हुंदा है वो परोपकार वास्ते हुंदा है। जो वृक्ष हुंदे हन वो परोपकार करते हैं, पर वो सानू पता नहीं लगता। परोपकार की करते हैं, सानू फल दिंदे है, फुल दिंदे है, छां दिंदे है,
ਔਰ ਸਾਡੇ ਅੰਤਮ ਸੰਸਕਾਰ ਵਾਸਤੇ ਸਾਨੂੰ ਲੱਕੜਾਂ ਵੀ ਦਿੰਦੇ ਆ। ਇਸੇ ਤਰ੍ਹਾਂ ਹੀ ਨਦੀਆਂ ਵਹਿੰਦੀਆਂ ਹਨ ਪਰਉਪਕਾਰ ਵਾਸਤੇ, ਔਰ ਗਊਆਂ ਦੁੱਧ ਦਿੰਦੀਆਂ ਹਨ ਪਰਉਪਕਾਰ ਵਾਸਤੇ। ਪਰਉਪਕਾਰਾਏ ਸਤਾਮ ਵਿਭੂਤਿਹਾ, ਕਿਹਾ ਜਾਂਦਾ ਹੈ ਕਿ ਪਰਉਪਕਾਰ ਹੀ ਮਹਾਂਪੁਰਸ਼ਾਂ ਦਾ ਜੀਵਨ ਹੈ, ਪਰਉਪਕਾਰ ਹੀ ਮਹਾਂਪੁਰਸ਼ਾਂ ਦਾ ਧਰਮ ਹੈ। ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਹੈ। ਸੇਵਾ ਕਰਨੀ, ਸਿਮਰਨ ਕਰਨਾ, ਨਾਮ ਜਪਣਾ, ਸ਼ੁਭ ਕਰਮ ਕਰਨੇ, ਇਹ ਸਭ ਤੋਂ ਵੱਡਾ ਧਰਮ ਹੈ। ਕਹਿੰਦੇ ਕੋਈ ਠੱਗੀ ਵਾਲਾ ਸੌਦਾ ਨਹੀਂ, ਪਰ ਸਾਧੂ ਦਾ ਸੰਗ ਜੇ ਮਨ ਨਾਲ ਕਰੇ। ਕਹਿੰਦੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਦੇ ਕਾਰਜ ਰਾਸ। ਕਿਉਂ ਮੱਖਣ ਮੁਨੀ ਜੀ ਚੇਲੇ ਬਣੇ ਤਦੋਂ ਹੀ ਇਹਨਾਂ ਨੂੰ ਗੱਦੀ ਦਈ ਗਈ। ਚੰਦਰ ਮੁਨੀ ਜੀ, ਮਹਾਰਾਜ ਜੀ ਜੋਗਿੰਦਰ ਮੁਨੀ ਜੀ ਦੇ ਚੇਲੇ ਬਣੇ। ਇਹਨਾਂ ਨੇ ਪੜ੍ਹਾਈ ਕਰੀ ਬਨਾਰਸ, ਤਾਂ ਇਹਨਾਂ ਨੇ PhD ਕਰੀ। ਪੜ੍ਹਾਈ ਕਰਕੇ ਆਪ ਗਵਾਈ ਹੈ ਤਾਂ ਸੋ ਪਾਈ ਹੈ, ਹੋਰ ਕੈਸੀ ਚਤੁਰਾਈ। ਬਿਨਾ ਪੜ੍ਹੇ ਲਿਖੇ ਪਹਿਲੇ ਮਹਾਂਪੁਰਸ਼ ਮਹੇਸ਼ ਮੁਨੀ ਦੀ ਗੱਲ ਚੱਲ ਰਹੀ ਸੀ, ਬੋਰੇ ਵਾਲਿਆਂ ਦੀ, ਉਹ ਵੀ ਬਨਾਰਸ ਪੜ੍ਹ ਕੇ ਆਏ ਸੀ। ਕਿਸੇ ਜਗ੍ਹਾ ਤੇ ਮੇਰੀ ਮੁਲਾਕਾਤ ਹੋਈ ਮੋਗੇ ਜ਼ਿਲ੍ਹੇ 'ਚ, ਤਾਂ ਉਹਨਾਂ ਨੇ 150 ਗਊਸ਼ਾਲਾ, 150 ਗੁਰਦੁਆਰਾ, ਤਾਂ 150 ਹੀ ਮੰਦਿਰ ਬਣਾਇਆ ਸੀ। ਕਿਸ ਨਾਲ? ਭਜਨ ਨਾਲ। ਸਾਧੂ ਮਹਾਂਪੁਰਸ਼ ਜਦੋਂ ਵੀ ਦੇਖੋ ਛੱਪਰ 'ਚ ਬੈਠਿਆ ਹੁੰਦਾ ਹੈ, ਪਰ ਕਮਾਈ ਕਰਕੇ ਫਿਰ ਮਹਿਲ ਬਣ ਜਾਂਦੇ, ਗਊਸ਼ਾਲਾ ਬਣ ਜਾਂਦੀ ਹੈ, ਧਰਮਸ਼ਾਲਾ ਬਣ ਜਾਂਦੀ ਹੈ। ਕਿਉਂ? ਉਹ ਭੁੱਖਾ ਮਰਦਾ, ਭਜਨ ਕਰਦਾ ਹੈ, ਦਿਨ ਰਾਤ ਆਏ ਗਏ ਦੀ ਸੇਵਾ ਕਰਦਾ ਹੈ। ਤਾਂ ਸੇਵਾ ਹੋਏ ਨਹਿ ਕਾਮੀ, ਇਸ ਕੋ ਪ੍ਰਾਪਤ ਹੋ ਸੁਆਮੀ। ਜਾਂ ਤਾਂ ਸੇਵਾ ਕਰੇ, ਜਾਂ ਭਜਨ ਕਰੇ, ਜਾਂ ਗੁਰੂ ਦੀ ਸੇਵਾ ਕਰੇ, ਜਾਂ ਮਹਾਂਪੁਰਸ਼ਾਂ ਦੀ ਸੇਵਾ ਕਰੇ, ਤਾਂ ਉਹਨੂੰ ਫਲ ਜ਼ਰੂਰ ਮਿਲਦਾ ਹੈ। ਪਰ ਅੱਜ ਕੱਲ੍ਹ ਭਗਵਾਨ ਜੀ ਦੀ ਕਿਰਪਾ ਹੋ ਗਈ ਹੈ, ਗੁਰੂ ਨਾਨਕ ਦੇਵ ਜੀ ਦੀ, ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਨੇ ਸਾਨੂੰ ਗੱਡੀ ਘੋੜੇ ਬਹੁਤ ਦੇ ਦੇ, ਸੇਵਾ ਦਾ ਤਾਂ ਹੁਣ ਕੰਮ ਕੋਈ ਨਹੀਂ। ਕਿਉਂ? ਹੁਣ ਤਾਂ ਸਾਰਾ ਹੀ ਜ਼ਮਾਨਾ ਮੇਰੇ ਦੇਖਦੇ ਹੀ ਦੇਖਦੇ ਬਦਲ ਗਿਆ। ਮਸ਼ੀਨਰੀ ਇੰਨੀ ਹੋ ਗਈ ਭਗਵਾਨ ਜੀ ਦੀ ਕਿਰਪਾ ਨਾਲ। ਪਰ ਮਸ਼ੀਨਰੀ ਇਸ ਕਰਕੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਨੇ ਦਈ ਸੀ ਕਿ ਇਹ ਭਜਨ ਕਰੂਗਾ। ਪਰ ਅੱਜ ਕੱਲ੍ਹ ਤਾਂ ਅਸੀਂ ਨੈੱਟ ਦੇ ਵੀ ਚੱਕਰ 'ਚ ਪੈ ਗਏ। ਜਿਹੜਾ 13ਵਾਂ ਇਹ ਕੰਮ ਚੱਲਿਆ ਹੋਇਆ ਹੈ, ਇਹ ਸਾਲਾ ਇਹ ਨਹੀਂ ਟਿਕਣ ਦਿੰਦਾ, ਇੱਥੇ ਹੀ ਲੱਗੇ ਰਹਿੰਦੇ। ਜੇ 1 ਘੰਟਾ ਨੈੱਟ ਤੇ ਲਾਇਆ, ਜੇ ਮਾਲਾ ਫੇਰਨ ਤੇ ਲਾ ਦੇਵੇ, ਤਾਂ ਜ਼ਰੂਰ ਮੇਰੇ ਗੁਰੂ ਨਾਨਕ ਦੇਵ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੀ ਕਿਰਪਾ ਹੋਊਗੀ ਕਿ ਉਹਦੀ ਜੈ ਜੈਕਾਰ ਜ਼ਰੂਰ ਹੋਊਗੀ, ਚਾਹੇ ਗ੍ਰਸਤੀ ਹੋਏ ਚਾਹੇ ਮਹਾਤਮਾ ਹੋਵੇ। ਕਿਉਂ? ਉਹ ਕਹਿ ਰਹੇ ਗੁਰ ਸੇਵਾ ਤੇ ਭਗਤ ਕਮਾਈ, ਤਦ ਇਹ ਮਾਨਸ ਦੇਹੀ ਪਾਈ। ਇਹ ਦੇਹੀ ਨੂੰ ਸੁਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਦਾ ਇਹੀ ਲਾਹੋ। ਕਹਿੰਦੇ ਭੁੱਲੋ ਨਾ, ਜੇ ਭੁੱਲ ਗਏ ਤਾਂ ਪਛਤਾਉਣਾ ਪਿਆਰੇ ਜ਼ਰੂਰ ਪਊਗਾ, ਐਸੀ ਗੱਲ ਨਹੀਂ ਹੈ। ਜੇ ਨਹੀਂ ਭੁੱਲੇ ਫਿਰ ਪਛਤਾਉਂਦੇ ਨਹੀਂ। ਜੈ ਜੈਕਾਰ ਹੋਊਗੀ, ਡੰਕੇ ਵਜਾਂਗੇ, ਜਿਵੇਂ ਨਾਰਾਇਣ ਮੁਨੀ ਜੀ ਦੀ ਵਰਸੀ ਹੈ। ਵਰਸੀ ਉਸੇ ਦੀ ਹੀ ਮਨਾਈ ਜਾਂਦੀ ਹੈ, ਇਹ ਦਿਨ ਉਸੇ ਦਾ ਹੀ ਮਨਾਇਆ ਜਾਂਦਾ ਹੈ। ਜੇ ਕੁਝ ਕਰਕੇ ਗਿਆ ਹੈ, ਇਹ ਭਜਨ ਕਰਿਆ ਹੈ, ਨਹੀਂ ਕਿਸੇ ਨੂੰ ਕੋਈ ਨਹੀਂ ਪੁੱਛਦਾ ਹੈ। ਮਹਾਰਾਜ ਜੀ ਨੇ ਤਾਂ ਬਹੁਤ ਸ਼ਾਰਟਕਟ ਕਰਿਆ ਹੈ ਕਲਯੁਗ ਵਿੱਚ। ਇੱਕ ਘੜੀ ਆਦੀ ਘੜੀ, ਆਦੀ ਹੁਪਨਿਆਦ, ਸੰਤਨ ਕੀ ਜੈ ਗੋਸ਼ਟੀ, ਜੋ ਕੀ 900 ਲਾਭ। 2.5 घड़ी ਦਾ ਘੰਟਾ ਹੈ, 1 घड़ी आधी घड़ी, आधी उपनियाद। 15 मिनट भी जे ला देगा तो वो भगवान जी की कृपा नाल छिपदा नहीं है। क्यों? मैं जमुना दास जी नूं देखिया जदों दुन्ने वाले बैठे सी, कली एक छपरी एक समाधि सी, तो भजन कर रहा है, जय जयकार है। हुण हाड़ पीड़तां दा हरियाणे दे वार्डर ते इहने लंगर लाया होया। मैं एक दिन गए, 6-6 फुट पानी सी रतीए दे एरिए च, तो बच्चे बच्चियां कोठे ते बैठे बेचारे। तो मैं देखा जमुना दास नाल ही महात्मा सारे, क्यों सारे ने संयोग महात्मा ने दिया। तो वो देखा अन्न का दाता सदा सुखी, वस्त्र का दाता कमलापति। क्यों? अन्न दान जिन्हों अन्न मिल गया हाड़ पीड़तां नूं, वो ये जरूर कहूगा कि बाबा तेरी भगती दिन दूनी रात चौगुनी तरक्की करे। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀਆਂ ਅਤੇ ਆਰਤੀ ਵੀ ਕੀਤੀ ਗਈ, ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ।
ਇਹਨਾਂ ਸਮਾਗਮਾਂ ਮੌਕੇ ਪ੍ਰੈਜ਼ੀਡੈਂਟ ਮਹੰਤ ਧੂਣੀ ਦਾਸ ਜੀ ਡੇਰਾ ਆਕੜ, ਮੁਖੀਆ ਮਹੰਤ ਸਰਜੀਤ ਮੁਨੀ ਜੀ, ਸ਼੍ਰੀ ਮਹੰਤ ਸੇਵਾ ਦਾਸ ਜੀ ਕੋਟ ਫਤਿਹ, ਮਹਾਮੰਡੇਸ਼ਵਰ ਡਾਕਟਰ ਸਵਾਮੀ ਚੰਦਰ ਮੁਨੀ ਜੀ ਸ਼ੇਰੋਂ, ਮਹਾਮੰਡੇਸ਼ਵਰ ਸਵਾਮੀ ਜੋਗਿੰਦਰਾਨੰਦ ਜੀ ਸੰਘਰਿਆ ਮੰਡੀ, ਮਹਾਮੰਡੇਸ਼ਵਰ ਸਵਾਮੀ ਸ਼੍ਰੀਸ਼ਾਨੰਦ ਜੀ ਹਰਿਦੁਆਰ, ਮਹੰਤ ਧਰਮ ਮੁਨੀ ਜੀ ਅਲਾਲ, ਮਹੰਤ ਪਰਮ ਮੁਨੀ ਜੀ ਸਤੌਜ, ਮਹੰਤ ਜਗਤਾਰ ਦਾਸ ਜੀ ਸਸਰੌਲੀ, ਮਹੰਤ ਸ਼ਾਂਤਾਨੰਦ ਜੀ ਬੀਰੋਕੇ, ਮਹੰਤ ਰਮੇਸ਼ ਮੁਨੀ ਜੀ ਭਾਕੀ ਬਾਂਦਰ, ਮਹੰਤ ਭੂਮਾਨੰਦ ਜੀ ਰਾਹਪੁਰ, ਮਹੰਤ ਬਾਲਕ ਰਾਮ ਜੀ ਬੀਰੋਕੇ, ਮਹੰਤ ਗੋਪਾਲ ਦਾਸ ਜੀ ਆਲੀਕੇ, ਮਹੰਤ ਰਾਮਦਾਸ ਜੀ ਢੈਪੀ, ਮਹੰਤ ਸ਼ੀਤਲ ਪ੍ਰਕਾਸ਼ ਜੀ ਕਿਲੀ, ਮਹੰਤ ਚਰਨਦਾਸ ਜੀ ਹਸੂ, ਮਹੰਤ ਵਿਵੇਕਾਨੰਦ ਜੀ ਜੱਸੀ ਪੌਵਾਲੀ, ਮਹੰਤ ਬਸੰਤ ਦਾਸ ਜੀ ਅਕਲੀਆ, ਮਹੰਤ ਚਰਨਪੁਰੀ ਜੀ ਪੱਖੋ, ਮਹੰਤ ਈਸ਼ਵਰ ਦਾਸ ਜੀ ਫੱਤਾ ਮਾਲੋਕਾ, ਮਹੰਤ ਜਮਨਾ ਦਾਸ ਜੀ ਦੁੰਨੇਵਾਲਾ, ਮਹੰਤ ਕੇਵਲ ਦਾਸ ਜੀ ਡੇਰਾ ਹੱਕ ਤਲਾ ਸਰਦੂਲਗੜ੍ਹ, ਸਵਾਮੀ ਤਰਮੁਖ ਦਾਸ ਜੀ ਲੰਗ, ਮਹੰਤ ਰਾਮਸ਼ਰਨ ਦਾਸ ਜੀ ਮੰਡੀ ਗੋਬਿੰਦਗੜ੍ਹ, ਮਹੰਤ ਗੰਗਾ ਦਾਸ ਜੀ ਕੋਠਾ ਗੁਰੂ, ਮਹੰਤ ਦਰਸ਼ਨ ਮੁਨੀ ਜੀ ਨਮੋਲ, ਸਵਾਮੀ ਜਗਦੀਸ਼ ਗਿਰ ਜੀ ਛਾਹੜ, ਸਵਾਮੀ ਸ਼ਾਮ ਸੁੰਦਰ ਜੀ ਨਮੋਲ, ਮਹੰਤ ਅਵਤਾਰ ਦਾਸ ਜੀ ਚੱਕਲੀ ਸ਼ੇਰ, ਮਹੰਤ ਅਰਜਨ ਦਾਸ ਜੀ ਮਹਿਤਾ, ਮਹੰਤ ਕੇਸਰ ਦਾਸ ਜੀ ਸਰਦੂਲਗੜ੍ਹ, ਮਹੰਤ ਸੀਤਾਰਾਮ ਜੀ ਗਊਸ਼ਾਲਾ ਰੋੜੀ, ਮਹੰਤ ਰਤਨ ਦਾਸ ਜੀ ਡੇਰਾ ਥੇਵਾਲਾ ਜਖੇਪਲ, ਮਹੰਤ ਨਿਰਮਲ ਦਾਸ ਜੀ ਲੋਪੋ, ਮਹੰਤ ਦਰਸ਼ਨ ਮੁਨੀ ਜੀ ਭੀਖੀ, ਮਹੰਤ ਕ੍ਰਿਸ਼ਨ ਮੁਨੀ ਜੀ ਭੀਖੀ, ਮਹੰਤ ਗਗਨ ਦਾਸ ਜੀ ਭਮਾਰਸੀ, ਮਹੰਤ ਭਗਵਾਨ ਦਾਸ ਜੀ ਜਖੇਪਲ, ਮਹੰਤ ਨਿੱਕੂ ਦਾਸ ਜੀ ਰਾਜਸਥਾਨ, ਮਹੰਤ ਕ੍ਰਿਸ਼ਨ ਦਾਸ ਜੀ ਪੂਲਾ ਅਤੇ ਸਵਰਗਵਾਸੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ, ਐਸਐਸਪੀ ਸਰਦਾਰ ਨਾਨਕ ਸਿੰਘ ਮਾਨਸਾ, ਐਮਐਲਏ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ, ਸਾਬਕਾ ਵਿਧਾਇਕ ਸਰਦਾਰ ਅਜੀਤਿੰਦਰ ਸਿੰਘ ਮੋਫਰ ਅਤੇ ਸਰਦਾਰ ਸਤਿਗੁਰ ਸਿੰਘ ਨਮੋਲ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੀ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ। ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ, 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 ਰੇਣ 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 ਸਾਧੂਆਂ ਦੀ, ਹੋ ਜਾ
ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਹੋ ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਮਾਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕੁਝ ਮਹਾਪੁਰਸ਼ ਪ੍ਰਵਚਨ ਕਰਕੇ ਤੁਹਾਨੂੰ ਸੇਧ ਦੇ ਕੇ ਗਏ ਹੈ ਜੋ ਦੱਸ ਕੇ ਗਏ ਹੈ ਵੀ ਇਹ ਜੀਵਨ ਹੈ ਕੀ ਇਹ ਤੋਂ ਬਾਅਦ ਆਪਾਂ ਕੁਝ ਵੀ ਬੋਲੀ ਚੱਲੀਏ ਉਹਦਾ ਕੋਈ ਅਰਥ ਨਹੀਂ ਰਹਿੰਦਾ। ਸ਼ਾਂਤਾਨੰਦ ਜੀ ਨੇ ਬੜੇ ਸੋਹਣੇ ਢੰਗ ਨਾਲ ਸਾਰੇ ਮਹਾਪੁਰਸ਼ਾਂ ਦਾ ਪਿਆਰ ਸਤਿਕਾਰ ਕਿਉਂਕਿ ਕੋਈ ਬੋਲਣ 'ਚ ਘੱਟ ਨਹੀਂ ਹੁੰਦਾ ਇਹ ਲੱਗਦਾ ਹੁੰਦਾ ਹੈ ਪਤਾ ਨਹੀਂ ਮੈਂ ਬਹੁਤ ਬੋਲ ਰਿਹਾ ਜਿਹਦੇ ਅੰਦਰ ਪ੍ਰਮਾਤਮਾ ਵਸਦਾ ਹੈ ਉਹਦੇ ਅੰਦਰ ਸਾਰਾ ਕੁਝ ਹੀ ਹੈ। ਸੋ ਗੱਲ ਸੰਪਰਦਾਵਾਂ ਦੀ ਵੀ ਚੱਲਦੀ ਹੈ ਮੈਂ ਪਿੱਛੇ ਜਾਵਾਂ ਕਿਉਂਕਿ ਇਹ ਸ੍ਰਿਸ਼ਟੀ ਇਹ ਜਿਹੜਾ ਬ੍ਰਹਮੰਡ ਹੈ ਜਾਂ ਜੋ ਵੀ ਹੈ ਉਸ ਅਕਾਲ ਪੁਰਖ ਨੇ ਸਾਜਿਆ ਹੈ। ਸਤਯੁਗ ਦੁਆਪਰ ਤ੍ਰੇਤਾ ਕਲਯੁਗ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਆਏ ਔਰ ਉਹਨਾਂ ਨੇ ਜੋ ਸੇਧ ਦਿੱਤੀ ਸਾਰੀ ਸ੍ਰਿਸ਼ਟੀ ਸਾਰੀ ਦੁਨੀਆ ਜੋ ਕੁਝ ਵੀ ਇਸ ਧਰਤੀ ਤੇ ਉਪਜਿਆ ਹੈ ਉਹਦੇ ਬਾਰੇ ਉਹਨਾਂ ਨੇ ਕੋਈ ਸ਼ਬਦ ਹੀ ਨਹੀਂ ਹੈ ਛੱਡਿਆ ਜਿਹੜਾ ਤੁਹਾਡੇ ਜ਼ਿਹਨ 'ਚ ਜਾਊਗਾ ਤਾਂ ਤੁਹਾਨੂੰ ਚਾਨਣ ਹੋ ਜਾਊਗਾ। ਉਹਨਾਂ ਦੇ ਪੁੱਤਰ ਉਹਨਾਂ ਦੇ ਬੇਟੇ ਬਾਬਾ ਸ਼੍ਰੀ ਚੰਦ ਜੀ ਕਿਉਂਕਿ ਸਰੀਰਕ ਤੌਰ ਤੇ ਕੋਈ ਕੁਝ ਵੀ ਹੋਵੇ ਪਰ ਜੋਤ ਉਹੀ ਹੁੰਦੀ ਹੈ। ਉਸ ਵੇਲੇ ਦਾ ਜਿਹੜਾ ਸਮਾਂ ਸੀ ਸਮਾਂ ਉਦੋਂ ਹੀ ਬੜਾ ਭਿਆਨਕ ਸੀ। ਕਲਯੁਗ ਦੇ ਵਿੱਚ ਜੋ ਹਾਲਾਤ ਚੱਲ ਰਹੇ ਸੀਗੇ ਗੁਰੂ ਨਾਨਕ ਪਾਤਸ਼ਾਹ ਨੇ ਸੇਧਾਂ ਦਿੱਤੀਆਂ ਤੇ ਬਾਬਾ ਸ਼੍ਰੀ ਚੰਦ ਜੀ ਨੇ ਜਿਹੜਾ ਉਸ ਵੇਲੇ ਮਾਰਗ ਅਪਣਾਇਆ ਇੱਕ ਬਹੁਤ ਜ਼ਰੂਰੀ ਸੀ ਕਿਉਂਕਿ ਆਪੋ ਆਪਣਾ ਯੋਗਦਾਨ ਹਰ ਮਹਾਪੁਰਸ਼ ਪਾਉਂਦਾ ਉਹਨਾਂ ਨੇ ਫੇਰ ਇਹ ਮਾਰਗ ਚੁਣ ਕੇ ਜਿਹੜਾ ਅਸੀਂ ਸਾਰੇ ਸੰਤਾਂ ਦੇ ਲੜ ਲੱਗੇ ਹਾਂ ਸਮੇਂ ਸਿਰ ਵੱਡੀਆਂ ਸੰਪਰਦਾਵਾਂ ਕਿਉਂਕਿ ਉਹਨਾਂ ਸਮਿਆਂ 'ਚ ਗੁਰਦੁਆਰਾ ਜਾਂ ਕੋਈ ਇਹੋ ਜਿਹਾ ਸਥਾਨ ਨਹੀਂ ਸੀ ਡੇਰੇ ਸੀ ਉੱਥੇ ਵਿਦਿਆ ਸੀ ਉੱਥੇ ਧਰਮ ਦਾ ਪ੍ਰਚਾਰ ਸੀ ਪ੍ਰਸਾਰ ਸੀ ਇਹ ਸਾਰੀਆਂ ਗੱਲਾਂ ਇਤਿਹਾਸ ਨਾਲ ਇਲਾਕੇ ਦੇ ਵੱਡੇ ਭਾਗ ਨੇ ਕਿ ਸਾਡੇ ਇਸ ਇਲਾਕੇ ਦੇ ਵਿੱਚ ਬ੍ਰਹਮਲੀਨ ਸੰਤ ਬਾਬਾ ਨਰੈਣ ਮੁਨੀ ਜੀ ਨੇ ਜਿੱਥੇ ਇਲਾਕੇ ਦੀ ਸੇਵਾ ਕੀਤੀ ਉੱਥੇ ਸਮੁੱਚੇ ਪੰਜਾਬ ਦੀ ਸੇਵਾ ਕੀਤੀ ਬਹੁਤ ਵੱਡਾ ਨਾਂ ਸੀ। ਇਸੇ ਕਰਕੇ ਅੱਜ ਅਸੀਂ ਉਹਨਾਂ ਨੂੰ ਸਾਰੇ ਯਾਦ ਕਰ ਰਹੇ ਹਾਂ ਜੋ ਉਹਨਾਂ ਦੀਆਂ ਸਿੱਖਿਆਵਾਂ ਸੀ ਉਹਦੇ ਚੱਲਦੇ ਹੋਏ ਸਾਡੇ ਇਸ ਡੇਰੇ ਦੇ ਪ੍ਰਬੰਧਕ ਸੰਤ ਬਾਬਾ ਮੱਕੜ ਮੁਨੀ ਜੀ ਜਿਨ੍ਹਾਂ ਦੇ ਸਦਕਾ ਅੱਜ ਮੈਂ ਕਹਿ ਸਕਦਾ ਕਿ ਸਮੁੱਚੇ ਪੰਜਾਬ ਦੇ ਵਿੱਚੋਂ ਉਹ ਮਹਾਪੁਰਸ਼ ਪਹੁੰਚਿਆ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਅਸੀਂ ਘੰਟਿਆਂ ਵਧੀ ਉਡੀਕ ਕਰਦੇ ਰਹਿੰਦੇ ਹਾਂ। ਸੋ ਮਹਾਪੁਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਆ ਕਿ ਆਪਾਂ ਸਮਾਂ ਕੱਢ ਕੇ
ਜਦੋਂ ਵੀ ਸਮਾਜ ਨੂੰ ਲੋੜ ਪੈਂਦੀ ਆ, ਕਿਸੇ ਗਰੀਬ ਨੂੰ ਲੋੜ ਪੈਂਦੀ ਆ, ਕਿਸੇ ਤੇ ਵਿਪਤਾ ਪੈਂਦੀ ਆ, ਤਾਂ ਆਪਾਂ ਇਕੱਠੇ ਹੋ ਕੇ ਉਹਦੀ ਮਦਦ ਕਰੀਏ। ਜਿਵੇਂ ਮੇਰੇ ਤੋਂ ਪਹਿਲਾਂ ਬੋਲਦੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੀ ਕੁਦਰਤੀ ਆਫਤ ਆਈ ਸੀ ਤੇ ਇੰਨਾ ਪਾਣੀ ਕਦੇ ਇਤਿਹਾਸ ਦੇ ਵਿੱਚ ਨਹੀਂ ਆਇਆ। ਪਰ ਤੁਸੀਂ ਇਲਾਕਾ ਨਿਵਾਸੀਆਂ ਨੇ, ਸੰਤ ਮਹਾਪੁਰਸ਼ਾਂ ਨੇ, ਬਾਬਾ ਹਕਤਾਲੇ ਵਾਲੇ ਸੰਤ ਜੀ ਬੈਠੇ ਨੇ ਮਹਾਪੁਰਸ਼, ਜਿੰਨੇ ਵੀ ਮਹਾਪੁਰਸ਼ਾਂ ਇਲਾਕੇ ਦੀਆਂ ਪੰਚਾਇਤਾਂ ਸੰਗਤਾਂ ਨੇ ਰਲ ਕੇ ਜੇ ਆਪਾਂ ਇਕੱਠੇ ਸੀ ਤਾਂ ਆਪਾਂ ਉਹ ਕੁਦਰਤੀ ਆਫਤ ਦਾ ਮੁਕਾਬਲਾ ਕੀਤਾ। ਬਹੁਤ ਵੱਡੀ ਆਫਤ ਸੀ, ਲੱਗਦਾ ਸੀ ਕਿ ਐਤਕੀ ਸਾਡਾ ਇਲਾਕਾ ਬਚਣਾ ਨਹੀਂ, ਪਰ ਤੁਹਾਡੀ ਸਾਰਿਆਂ ਦੀ ਮਿਹਨਤ ਸਦਕਾ ਤੇ ਸੰਤ ਮਹਾਪੁਰਸ਼ਾਂ ਦੀ ਮਿਹਨਤ ਸਦਕਾ ਆਪਾਂ ਕੁਦਰਤੀ ਕਰੋਪੀ ਤੋਂ ਬਚੇ ਆ। ਤੇ ਅੱਗੇ ਤੋਂ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ, ਜਿੱਥੇ ਜਿੱਥੇ ਇਸ ਬੰਨ ਦੇ ਵਿੱਚ ਕੋਈ ਕਮੀਆਂ ਨੇ ਜਾਂ ਜਿੱਥੇ ਬੰਨ ਮਜ਼ਬੂਤ ਕਰਨ ਵਾਲਾ ਜਾਂ ਪੱਥਰ ਲਾਉਣ ਵਾਲਾ, ਜਿੱਥੇ ਜਿੱਥੇ ਵੀ ਕੋਈ ਕੰਮ ਕਰਨ ਵਾਲਾ ਅਸੀਂ ਉਹ ਕਰਕੇ ਦੇਵਾਂਗੇ, ਤਾਂ ਕਿ ਅੱਗੇ ਤੋਂ ਇਲਾਕੇ ਦੇ ਵਿੱਚ ਜਿਹੋ ਜਿਹੀ ਸਥਿਤੀ ਆਉਂਦੀ ਆ ਤਾਂ ਜਿੰਨੀ ਐਤਕੀ ਅਸੀਂ ਮਿਹਨਤ ਕੀਤੀ ਹੈ ਤੋਂ ਪਹਿਲਾਂ ਹੀ ਹੋ ਜਾਏ, ਤਾਂ ਕਿ ਇਲਾਕਾ ਬਚ ਜੇ। ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਮਹਾਮਰੇਸ਼ਵਰ ਡਾਕਟਰ ਸਵਾਮੀ ਚੰਦਰਮੁਨੀ ਜੀ ਸ਼ੇਰੋਂ, ਮਹੰਤ ਜਗਤਾਰ ਦਾਸ ਜੀ ਸਸਰੋਲੀ, ਮਹੰਤ ਸ਼ਾਂਤਾਨੰਦ ਜੀ ਬੀਰੋਕੇ ਅਤੇ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਮਹੰਤ ਮੱਖਣ ਮੁਨੀ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਸਾਡੇ ਰਿਪੋਰਟਰ ਗੌਰਵ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਆਏ ਮਹਾਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। ਉਦਾਸੀਨ ਆਸ਼ਰਮ ਡੇਰਾ ਕਰੀ ਭੋਡਮ ਜ਼ਿਲ੍ਹਾ ਮਾਨਸਾ ਤੋਂ ਗੌਰਵ ਸ਼ੇਰਪੁਰ ਦੀ ਇੱਕ ਖਾਸੀ ਰਿਪੋਰਟ। ਮੇਰੇ ਬਾਬਾ ਮੇਰਾ ਮਾਣ ਨਾ ਤੂੰ ਤੋੜੀ, ਮੇਰੇ ਸਾਈਆਂ ਮੇਰਾ ਮਾਣ ਨਾ ਤੂੰ ਤੋੜੀ, ਲੋਕੀ ਮੈਨੂੰ ਤੇਰਾ ਆਖਦੇ, ਮੇਰੇ ਬਾਬਾ ਮੇਰਾ ਮਾਣ ਨਾ ਤੂੰ ਤੋੜੀ, ਮੇਰੇ ਬਾਬਾ ਮੇਰਾ ਮਾਣ ਨਾ ਤੂੰ ਤੋੜੀ, ਲੋਕੀ ਮੈਨੂੰ ਤੇਰਾ ਆਖਦੇ, ਮੇਰੇ ਬਾਬਾ ਮੇਰਾ ਮਾਣ ਨਾ ਤੂੰ ਤੋੜੀ, ਓ ਮੇਰੇ ਬਾਬਾ ਮੇਰਾ ਮਾਣ ਨਾ ਤੂੰ ਤੋੜੀ। ਸਾਰੇ ਜਪੋ ਸਾਰੇ। ਲੋਕੀ ਮੈਨੂੰ ਤੇਰਾ ਆਖਦੇ, ਮੇਰੇ ਬਾਬਾ ਮੇਰਾ। ਬਾਹਾਂ ਫੜ ਕੇ ਕਦੇ ਨਾ ਮੇਰੀ ਛੋੜੀ, ਬਾਹਾਂ ਫੜ ਕੇ ਕਦੇ ਨਾ ਮੇਰੀ ਛੋੜੀ, ਲੋਕੀ ਮੈਨੂੰ ਤੇਰਾ ਆਖਦੇ, ਮੇਰੇ ਬਾਬਾ ਮੇਰਾ ਮਾਣ ਨਾ ਤੂੰ ਤੋੜੀ, ਮੇਰੇ ਬਾਬਾ ਮੇਰਾ ਮਾਣ ਨਾ ਤੂੰ ਤੋੜੀ, ਲੋਕੀ ਮੈਨੂੰ ਤੇਰਾ ਆਖਦੇ, ਮੇਰੇ ਬਾਬਾ ਤੇਰਾ ਦਿੱਤਾ ਤੇਰਾ ਖਾਣਾ, ਤੇਰੇ ਦਰ ਤੋਂ ਲੈ ਕੇ ਜਾਣਾ, ਤੇਰਾ ਖਾਣਾ ਤੇਰੇ ਘਰ ਤੋਂ ਲੈ ਕੇ ਜਾਣਾ। ਕਰੋ ਕਿਰਪਾ। ਤੇਰਾ ਦਿੱਤਾ ਤੇਰਾ ਖਾਣਾ, ਤੇਰੇ ਦਰ ਤੋਂ ਲੈ ਕੇ ਜਾਣਾ, ਇਸ ਦਰ ਤੋਂ ਕਦੇ ਨਾ ਖਾਲੀ ਮੋੜੀ,
ਇਸ ਦਰ ਤੋਂ ਕਦੇ ਨਾ ਖਾਲੀ ਮੋੜੀ। ਲੋਕੀ ਮੈਨੂੰ ਤੇਰਾ ਆਖਦੇ, ਮੇਰੇ ਦਾਤਾ ਮੇਰਾ ਮਾਣ ਨਾ ਤੂੰ ਤੋੜੀ। ਮੇਰੇ ਦਾਤਾ ਮੇਰਾ ਮਾਣ ਨਾ ਤੂੰ ਤੋੜੀ। ਲੋਕੀ ਮੈਨੂੰ ਤੇਰਾ ਆਖਦੇ, ਮੇਰੇ ਦਾਤਾ तेरे प्यार नाल जिंदगी मेरी की दसां तैमूं तेरी। प्यार नाल जिंदगी मेरी की तेरे प्यार नाल जिंदगी मेरी की दसां रहमत तेरी। मैनू अपने चरना दे नाल जोड़ी। मैनू अपने चरना दे नाल जोड़ी। लोकी मैनू तेरा आखदे, मेरे दाता मेरा माण ना तू तोड़ी। मेरे दाता मेरा माण ना तू तोड़ी। लोकी मैनू तेरा आखदे, मेरे दाता मेरा माण ना तू तोड़ी। मेरे दाता मेरा माण ना तू तोड़ी। लोकी मैनू तेरा आखदे, मेरे दाता मेरा। जी करदा तेरे कोल बह जावां, दुखड़े दिल दे बोल सुनावां। जी करदा तेरे कोल बह जावां, दुखड़े दिल दे बोल सुनावां। मेरी फरियाद तेरे दर अगे मैं होर सुनावा किनू। तै जिहा कोई मैं जह लख तैनू। तेरे जिया तेरे जिहा मैनू होर
ਲੱਖ ਤੈਨੂੰ ਮੈਂ ਜੇ ਲੱਖ ਤੈਨੂੰ ਕੀ ਕਰਦਾ ਤੇਰੇ ਕੋਲ ਬਹਿ ਜਾਵਾਂ ਦੁੱਖੜੇ ਦਿਲ ਦੇ ਕੋਲ ਸੁਣਾਵਾਂ ਕੀ ਕਰਦਾ ਤੇਰੇ ਕੋਲ ਬਹਿ ਜਾਵਾਂ ਦੁੱਖੜੇ ਦਿਲ ਦੇ ਕੋਲ ਸੁਣਾਵਾਂ ਉਹ ਮੁਖ ਕਦੇ ਨਾ ਮੁਖ ਕਦੇ ਨਾ ਮੁਖ ਕਦੇ ਨਾ ਗਰੀਬ ਵੱਲੋਂ ਮੋੜੀ ਮੁਖ ਕਦੇ ਨਾ ਗਰੀਬ ਵੱਲੋਂ ਮੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਤਾ ਮੇਰਾ ਮਾਣ ਨਾ ਤੂੰ ਤੋੜੀ ਮੇਰੇ ਦਾਤਾ ਮੇਰਾ ਮਾਣ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਤਾ ਮੇਰਾ ਮਾਣ ਨਾ ਤੂੰ ਤੋੜੀ ਮੇਰੇ ਦਾਤਾ ਮੇਰਾ ਮਾਣ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਤਾ ਮੇਰਾ ਮੇਰੇ ਦਾਤਾ ਮੇਰਾ ਲੋਕੀ ਮੈਨੂੰ ਤੇ ਮਾਣ ਨਾ ਤੂੰ ਤੋੜੀ ਮੇਰੇ ਦਾਤਾ ਮੇਰਾ ਮਾਣ ਨਾ ਤੂੰ ਤੋੜੀ ਮੇਰੇ ਦਾਤਾ ਮੇਰਾ ਮਾਣ ਨਾ ਤੂੰ ਤੋੜੀ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਤਾ ਮੇਰਾ ਮਾਣ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਤੇਰਾ ਆਖਦੇ ਤੇਰਾ ਆਖਦੇ ਤੇਰਾ ਆਖਦੇ ਬਾਂਹ ਫੜ ਕੇ ਕਦੇ ਨਾ ਮੇਰੀ ਛੋੜੀ बोल जगत गुरु श्री चंद्र भगवान की जय। श्री गुरु संगत साहेब सच्ची दाड़ी महाराज की जय। धन धन सिद्ध बाबा ब्रह्मदास जी महाराज की जय। धन धन सिद्ध बाबा शंभू मुनि जी महाराज की जय। अज डेरा करीपोडम ਜ਼ਿਲ੍ਹਾ ਮਾਨਸਾ ਵਿਖੇ ਸਾਡੇ ਮਹਾਂਪੁਰਸ਼ਾਂ ਦੀ ਬਰਸੀ ਮਨਾਈ ਗਈ ਹੈ। श्रीमान 108 स्वामी नारायण मुनि जी महाराज, श्रीमान 108 स्वामी महेश मुनि जी महाराज, श्रीमान 108 स्वामी जोगिंद्र मुनि जी महाराज, श्रीमान 108 स्वामी गंगाराम जी महाराज जी की सालाना बरसी मनाई गई है। ये बरसी हर साल 9 अगस्त ਨੂੰ बड़ी धूमधाम ਦੇ ਨਾਲ ਸਰਧਾ ਤੇ ਨਿਸ਼ਠਾ ਦੇ ਨਾਲ ਮਨਾਈ ਜਾਂਦੀ ਹੈ। ਸੰਗਤਾਂ ਦੂਰ ਨੇੜੇ ਤੋਂ ਆ ਕੇ 3 ਦਿਨ सेवा करदियां हन। तन मन धन दे नाल बड़े प्यार दे नाल बड़े सत्कार दे नाल सेवा करदियां हन और परमात्मा का नाम जपदियां हन। ये महापुरुषों की जो सालाना बरसी है हर साल 9 अगस्त नूं मनाई जाती है, जिथे संगतां दे भले वास्ते कैंप लाए जाते हैं, जिमें अखां दा कैंप है और ब्लड कैंप है। ये संगतां दे भले वास्ते लाए जाते हैं और इस स्थान की सेवा साडे गुरु भाई मक्खण मुनि जी बड़े सोहणे ढंग नाल बड़े लोकां नाल प्रेम ते सत्कार नाल इस स्थान की सेवा निभा रहे हैं। असीं भगवान श्री चंद्र महाराज सिद्ध समाधां वाले महापुरुषां च गुरु महाराज अगे अरदास बेनती करते हाँ कि इन्हां नूं लंबी आयु सेहत तंदुरुस्ती रखे परमात्मा। और जिन्ने महापुरुष इत्थे पहुँचे है सारियां दे इत्थे पहुँचण ते असीं जी आਇਆਂ ਨੂੰ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ। ਇਲਾਕੇ ਦੀਆਂ ਸੰਗਤਾਂ ਦੂਰ ਦੂਰ ਤੋਂ ਆਈਆਂ, ਸਾਰਿਆਂ ਦਾ ਅਸੀਂ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ।
बोल जगत गुरु श्री चंद्र भगवान की जय। सिद्ध समाधान वाले महापुरुषों की जय।